ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖਦੇ ਹੋ ਨਿਡਰ ਸੋਚ ਤੇ ਮੈਂ ਸੁਖਦੇਵ ਸਿੰਘ ਨਿੱਕੂਵਾਲ। ਪਿਆਰੇ ਦਰਸ਼ਕੋ, ਅਸੀਂ ਹਰ ਵਾਰ ਇੱਕ ਨਵੀਂ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਉਂਦੇ ਹਾਂ। ਜਿਸ ਸ਼ਖਸੀਅਤ ਨੂੰ ਅਸੀਂ ਤੁਹਾਡੇ ਰੂਬਰੂ ਅੱਜ ਕਰਾਵਾਂਗੇ, ਉਹਨਾਂ ਦਾ ਇੱਕ ਖਾਸ ਰੁਤਬਾ ਹੈ। ਉਹਨਾਂ ਨੇ ਆਪਣੀ ਸਖਤ ਮਿਹਨਤ ਦੇ ਨਾਲ ਇੱਕ ਖਾਸ ਸੰਸਥਾ ਜਾਂ ਕਹਿ ਲਈਏ ਇਲਾਕੇ ਵਿੱਚ ਜਿਹਦਾ ਵੱਡਾ ਨਾਮ ਹੈ, ਉਸ ਸੰਸਥਾ ਦੇ ਮੁਖੀ ਵਜੋਂ ਸੇਵਾ ਨਿਭਾ ਰਹੇ ਨੇ। ਮੇਰੇ ਨਾਲ ਨੇ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਡਾਕਟਰ ਜਸਵੀਰ ਸਿੰਘ ਜੀ। ਸਰ, ਸਭ ਤੋਂ ਪਹਿਲਾਂ ਤਾਂ ਸਵਾਗਤ। ਥੈਂਕ ਯੂ ਪ੍ਰੋਫੈਸਰ ਸੁਖਦੇਵ ਜੀ, ਥੈਂਕ ਯੂ ਵੈਰੀ ਮੱਚ। ਸਰ, ਇੱਕ ਸੰਸਥਾ ਜਿਸ ਦੇ ਨਾਲ ਤੁਸੀਂ ਜੁੜੇ ਹੋਏ ਹੋ, ਜਿਹਦਾ ਇੱਕ ਇਲਾਕੇ ਤੋਂ ਬਾਅਦ ਵੀ ਇੱਕ ਵੱਡਾ ਨਾਮ ਹੈ, ਉਹਦਾ ਕੀ ਇਤਿਹਾਸ ਅਤੇ ਕੀ ਪਿਛੋਕੜ ਹੈ ਜੀ? ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਮੇਰੇ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਮੈਨੂੰ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਵਜੋਂ ਸੇਵਾ ਨਿਭਾਉਣ ਦਾ ਮੌਕਾ ਮਿਲਿਆ। ਇਹ ਕਾਲਜ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਹੈ, ਜਿਸ ਦੀ ਆਪਣੀ ਇਤਿਹਾਸਕ ਤੇ ਧਾਰਮਿਕ ਮਹੱਤਤਾ ਹੈ। ਇਹ ਕਾਲਜ 1968 ਵਿੱਚ ਸੰਤ ਮਹਿੰਦਰ ਸਿੰਘ ਜੀ ਹਰਖੋਵਾਲ ਜੀ ਦੇ ਵਿਸ਼ੇਸ਼ ਯਤਨਾਂ ਸਦਕਾ ਸਥਾਪਿਤ ਹੋਇਆ ਤੇ 1977 ਵਿੱਚ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਕਾਲਜ ਦਾ ਪ੍ਰਬੰਧ ਆਪਣੇ ਅਧੀਨ ਲਿਆ ਤੇ ਉਦੋਂ ਤੋਂ ਹੀ ਲਗਾਤਾਰ ਬਹੁਤ ਸੁਚੱਜੇ ਢੰਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਕਾਲਜ ਨੂੰ ਚਲਾ ਰਹੀ। ਸਰ, ਜੇ ਕਾਲਜ ਦੀ ਗੱਲ ਕੀਤੀ ਜਾਵੇ, ਕਿਉਂਕਿ ਇੱਕ ਵੱਡੇ ਦਰਜੇ ਦਾ ਕਾਲਜ ਹੈ, ਤੇ ਇਸ ਕਾਲਜ ਨੂੰ ਕਿਹੜੇ ਜਿਹੜੇ ਸਟੇਟਸ ਨੇ ਉਹ ਪ੍ਰਾਪਤ ਨੇ? ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਕਿ ਇਸ ਕਾਲਜ ਨੂੰ ਨੈਕ ਬੰਗਲੌਰ ਵੱਲੋਂ A ਗ੍ਰੇਡ, ਇਸ ਕਾਲਜ ਨੂੰ ਕਾਲਜ ਵਿਦ ਪੋਟੈਂਸ਼ੀਅਲ ਫਾਰ ਐਕਸੀਲੈਂਸ ਦਾ ਸਟੇਟਸ, DBT ਦੀ ਸਟਾਰ ਕਾਲਜ ਸਕੀਮ ਪ੍ਰਾਪਤ ਹੋਣ ਦਾ ਮਾਣ, DST ਦੀ 5th ਸਕੀਮ ਮਿਲਣ ਦਾ ਸੁਭਾਗ। ਇਸ ਕਾਲਜ ਨੂੰ ਉੱਨਤ ਭਾਰਤ ਅਭਿਆਨ ਦੇ ਅੰਡਰ ਹੈ ਕਾਲਜ, ਤੇ ਪਿਛਲੇ ਸਾਲ ਇਹ ਕਾਲਜ ਆਟੋਨਮਸ ਕਾਲਜ ਦਾ ਸਟੇਟਸ ਇਸ ਕਾਲਜ ਨੂੰ ਮਿਲਿਆ। ਸਰ, ਆਟੋਨਮਸ ਕਾਲਜ ਦਾ ਤੁਸੀਂ ਜ਼ਿਕਰ ਕੀਤਾ ਆ ਵੀ ਜਿਹੜਾ ਸਟੇਟਸ ਮਿਲਿਆ ਕਾਲਜ ਨੂੰ, ਤੇ ਵਿਦਿਆਰਥੀਆਂ ਨੂੰ ਉਸ ਦਾ ਕਿਸ ਤਰੀਕੇ ਦਾ ਜਿਹੜਾ ਲਾਭ ਹੋਵੇਗਾ? ਕਿਸੇ ਵੀ ਸੰਸਥਾ ਨੂੰ ਆਟੋਨਮਸ ਕਾਲਜ ਦਾ ਸਟੇਟਸ ਮਿਲਣਾ ਬਹੁਤ ਵੱਡੀ ਗੱਲ ਹੁੰਦੀ, ਬਹੁਤ ਮਾਣ ਦੀ ਗੱਲ ਹੁੰਦੀ। ਆਟੋਨਮਸ ਸਟੇਟਸ ਨਾਲ ਤੁਹਾਨੂੰ ਅਕੈਡਮਿਕ ਆਟੋਨਮੀ ਮਿਲ ਜਾਂਦੀ ਯੂਨੀਵਰਸਿਟੀ ਵੱਲੋਂ, ਤੇ ਤੁਸੀਂ ਇਲਾਕੇ ਦੇ ਵਿਦਿਆਰਥੀਆਂ ਦੀਆਂ ਲੋੜਾਂ ਅਨੁਸਾਰ ਸਿਲੇਬਸ ਤੇ ਕੋਰਸਿਸ ਡਿਜ਼ਾਈਨ ਕਰ ਸਕਦੇ ਹੋ ਤਾਂ ਕਿ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੇ ਨੇ ਰੁਜ਼ਗਾਰ ਦੇ ਮੌਕੇ ਉਹਨਾਂ ਨੂੰ ਮੁਹੱਈਆ ਕਰਾ ਸਕਣ। ਤੇ ਮੈਨੂੰ ਇਹ ਦੱਸਦਿਆਂ ਵੀ ਬਹੁਤ ਖੁਸ਼ੀ ਹੋ ਰਹੀ ਕਿ ਜਿਹੜੇ ਕੋਰਸਿਸ ਅਸੀਂ ਪਿਛਲੇ ਸਾਲ ਡਿਜ਼ਾਈਨ ਕੀਤੇ ਸੀ, ਉਹਨਾਂ ਦਾ ਬਹੁਤ ਵਧੀਆ ਰਿਸਪੌਂਸ ਮਿਲਿਆ। ਵਿਦਿਆਰਥੀ ਬਹੁਤ ਵੱਧ ਚੜ੍ਹ ਕੇ ਉਹਨਾਂ 'ਚ ਦਾਖਲਾ ਲੈ ਕੇ ਆਪਣੇ ਆਪ ਨੂੰ ਕਰੀਅਰ ਵਿੱਚ ਕਾਮਯਾਬ ਬਣਾਉਣ ਲਈ ਯਤਨ ਕਰ ਰਹੇ ਹਨ। ਸਰ, ਕੋਰਸਿਸ ਦੀ ਜੇਕਰ ਗੱਲ ਕੀਤੀ ਜਾਵੇ ਕਿ ਕਿੰਨੇ ਕੁ ਗ੍ਰੈਜੂਏਟ ਕੋਰਸਿਸ ਨੇ ਤੇ ਕਿੰਨੇ ਪੋਸਟ ਗ੍ਰੈਜੂਏਟ ਨਾਲ ਸੰਬੰਧਿਤ ਨੇ, ਕਿਹੜੇ ਵਿਸ਼ਿਆਂ ਨਾਲ ਸੰਬੰਧਿਤ ਨੇ, ਤੇ ਕਿਹੜੇ ਨਵੇਂ ਕੋਰਸ ਜਿਹੜੇ ਤੁਸੀਂ ਹੁਣ ਸ਼ੁਰੂ ਕਰੋਗੇ? ਇਸ ਕਾਲਜ ਵਿੱਚ 17 ਪੋਸਟ ਗ੍ਰੈਜੂਏਟ ਤੇ 15 ਜਿਹੜੇ ਨੇ ਅੰਡਰ ਗ੍ਰੈਜੂਏਟ ਕੋਰਸਿਸ ਪਹਿਲਾਂ ਬਹੁਤ ਸਫਲਤਾਪੂਰਨ ਚੱਲ ਰਹੇ ਨੇ। BVOC ਦੇ 4 ਕੋਰਸਿਸ ਇਸ ਤੋਂ ਪਹਿਲਾਂ ਚੱਲ ਰਹੇ ਨੇ। ਇਸ ਸਾਲ ਵੀ ਅਸੀਂ ਉਹਨਾਂ ਕੋਰਸਿਸ ਵਾਸਤੇ ਅਪਲਾਈ ਕੀਤਾ। ਇਸ ਸਾਲ ਕੰਪਿਊਟਰ ਸਾਇੰਸ ਡਿਪਾਰਟਮੈਂਟ ਵਿੱਚ ਅਸੀਂ MSc ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਡਾਟਾ ਸਾਇੰਸ ਦੀ MSc ਸ਼ੁਰੂ ਕਰਨੀ। ਇਸ ਤੋਂ ਇਲਾਵਾ DCA ਦਾ ਕੋਰਸ ਸ਼ੁਰੂ ਕਰਨਾ। ਕਮਰਸ ਡਿਪਾਰਟਮੈਂਟ ਵਿੱਚ PG ਡਿਪਲੋਮਾ ਇਨ ਇੰਸ਼ੋਰੈਂਸ ਸ਼ੁਰੂ ਕਰਨਾ। ਇਸੇ ਤਰ੍ਹਾਂ ਜਿਹੜਾ ਜਰਨਲਿਜ਼ਮ ਡਿਪਾਰਟਮੈਂਟ ਵਿੱਚ ਤੇ ਮਿਊਜ਼ਿਕ ਡਿਪਾਰਟਮੈਂਟ ਵਿੱਚ ਅਸੀਂ ਡਿਪਲੋਮਾ ਸ਼ੁਰੂ ਕਰਨਾ, ਯੋਗਾ 'ਚ ਡਿਪਲੋਮਾ ਸ਼ੁਰੂ ਕਰਨਾ, ਤੇ ਇਸ ਤੋਂ ਇਲਾਵਾ ਕਈ ਸਰਟੀਫਿਕੇਟ ਕੋਰਸਿਸ ਨੇ ਜਿਹੜੇ ਅਸੀਂ ਇਸ ਸਾਲ ਤੋਂ ਸ਼ੁਰੂ ਕਰ ਰਹੇ ਹਾਂ। ਜੇਕਰ ਗੱਲ ਸਰ ਪ੍ਰਾਪਤੀਆਂ ਦੀ ਕੀਤੀ ਜਾਵੇ, ਕਿਉਂਕਿ ਵਿਦਿਅਕ ਖੇਤਰ ਦੇ ਵਿੱਚ ਅਕਸਰ ਪ੍ਰਾਪਤੀਆਂ ਹੁੰਦੀਆਂ ਨੇ, ਜੇ ਵਿਦਿਅਕ ਪ੍ਰਾਪਤੀਆਂ ਦੇ ਨਾਲ ਨਾਲ ਅਸੀਂ ਸੱਭਿਆਚਾਰਕ ਜਾਂ ਖੇਡ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਕਿੰਨੀਆਂ ਕੁ ਪ੍ਰਾਪਤੀਆਂ ਨੇ ਜਿਹੜੀਆਂ ਕਾਲਜ ਦੀਆਂ ਜੀ? ਵਿਦਿਅਕ ਪ੍ਰਾਪਤੀਆਂ ਦੀ ਗੱਲ ਕਰਨ ਤੋਂ ਪਹਿਲਾਂ ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਕਿ ਇਸ ਕਾਲਜ ਦੇ ਵਿਦਿਆਰਥੀ ਬਹੁਤ ਮਿਹਨਤੀ ਹਨ ਤੇ ਇਸ ਕਾਲਜ ਦੇ ਅਧਿਆਪਕ ਬਹੁਤ ਕੰਸਰਨਡ ਫੀਲਿੰਗ ਨਾਲ ਕੰਮ ਕਰਦੇ ਨੇ, ਤੇ ਇਹਦਾ ਨਤੀਜਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਬਹੁਤ ਮਾਣਾਮਤੀਆਂ ਹਨ, ਭਾਵੇਂ ਉਹ ਐਜੂਕੇਸ਼ਨ ਦੇ ਖੇਤਰ ਵਿੱਚ ਹੋਣ, ਭਾਵੇਂ ਖੇਡਾਂ ਦੇ ਖੇਤਰ ਵਿੱਚ ਹੋਣ, ਭਾਵੇਂ ਕਲਚਰਲ ਖੇਤਰ ਵਿੱਚ ਹੋਣ। ਯੂਨੀਵਰਸਿਟੀ ਵੱਲੋਂ ਕਰਾਏ ਗਏ ਯੂਥ ਫੈਸਟੀਵਲ ਵਿੱਚ ਅਸੀਂ ਪਿਛਲੇ 5 ਸਾਲਾਂ ਤੋਂ ਲਗਾਤਾਰ ਬਹੁਤ ਚੰਗੀ ਪੋਜੀਸ਼ਨ ਪ੍ਰਾਪਤ ਕਰਦੇ ਰਹੇ ਹਾਂ। ਪਹਿਲੇ 4 ਸਾਲ ਅਸੀਂ ਜ਼ੋਨਲ ਲੈਵਲ ਤੇ 골ਡ ਪ੍ਰਾਪਤ ਕੀਤਾ ਤੇ ਪਿਛਲੇ ਸਾਲ ਅਸੀਂ ਸੈਕੰਡ ਰਹੇ ਸੀ, ਤੇ ਇੰਟਰ ਜ਼ੋਨਲ ਲੈਵਲ ਤੇ ਵੀ ਅਸੀਂ ਪਹਿਲੀਆਂ 3 ਪੋਜੀਸ਼ਨਾਂ 'ਚ ਪਿਛਲੇ 5 ਸਾਲਾਂ ਤੋਂ ਲਗਾਤਾਰ ਰਹੇ ਹਾਂ। ਬਹੁਤ ਵੱਡਾ ਨੰਬਰ ਵਿਦਿਆਰਥੀਆਂ ਦਾ ਪਾਰਟਿਸਿਪੇਟ ਕਰਦਾ। ਪਿਛਲੇ ਸਾਲ 62 ਆਈਟਮਸ ਵਿੱਚ ਵਿਦਿਆਰਥੀਆਂ ਨੇ ਪਾਰਟਿਸਿਪੇਟ ਕੀਤਾ ਤੇ ਬਹੁਤ ਕਮਾਲ ਦੀਆਂ ਪ੍ਰਾਪਤੀਆਂ ਕੀਤੀਆਂ। ਇਸੇ ਤਰ੍ਹਾਂ ਖੇਡਾਂ ਦੇ ਖੇਤਰ ਵਿੱਚ ਬਹੁਤ ਵੱਡੇ ਲੈਵਲ ਤੇ ਸਾਡੇ ਵਿਦਿਆਰਥੀ ਨੈਸ਼ਨਲ ਲੈਵਲ ਤੇ ਪਾਰਟਿਸਿਪੇਟ ਕਰਕੇ ਆਏ ਨੇ, ਤੇ ਇੱਕ ਸਾਡੀ ਵਿਦਿਆਰਥਣ ਨੇ 100 ਮੀਟਰ ਤੇ 200 ਮੀਟਰ ਵਿੱਚ ਅੰਮ੍ਰਿਤ ਕੌਰ ਨੇ ਰਿਕਾਰਡ ਬਣਾਇਆ। ਕਲਚਰਲ ਦੇ ਖੇਤਰ ਵਿੱਚ ਮੈਂ ਕਲਚਰਲ ਐਕਟੀਵਿਟੀਜ਼ ਦੱਸਣਾ ਚਾਹਾਂਗਾ ਕਿ ਸਾਡੀ ਵਿਦਿਆਰਥੀ ਲਵਲੀਨ ਕੌਰ ਨੇ ਪਹਿਲੀ ਵਾਰ ਨੈਸ਼ਨਲ ਲੈਵਲ ਤੇ ਵੈਸਟਰਨ ਤੇ ਗਜ਼ਲ ਵਿੱਚ 골ਡ ਮੈਡਲ ਪ੍ਰਾਪਤ ਕੀਤਾ।
ਵਿਦਿਅਕ ਖੇਤਰ ਵਿੱਚ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਬਾਕਮਾਲ ਨੇ, ਕਿਉਂਕਿ ਆਟੋਨਮਸ ਕਾਲਜ ਬਣਨ ਤੋਂ ਪਹਿਲਾਂ ਯੂਨੀਵਰਸਿਟੀ ਦੇ ਨਤੀਜੇ ਨਾਲ ਕੰਪੈਰੀਜ਼ਨ ਹੁੰਦਾ ਸੀ ਤੇ ਹਰ ਸਾਲ 3-4 골ਡ ਮੈਡਲ ਸਾਡੇ ਵਿਦਿਆਰਥੀ ਲੈਂਦੇ ਰਹੇ ਨੇ। ਪਿਛਲੇ ਸਾਲ UGC ਨੈਟ ਦਾ ਇੱਕ ਪੇਪਰ ਵਿਦਿਆਰਥੀ ਨੇ ਪ੍ਰਾਪਤ ਕੀਤਾ ਤੇ ਉਹ ਆਲ ਇੰਡੀਆ ਲੈਵਲ ਤੇ ਤੀਜੇ ਨੰਬਰ ਤੇ ਰਿਹਾ ਤੇ ਸਾਡੇ ਵਾਸਤੇ ਇਵੇਂ ਦੀਆਂ ਅਚੀਵਮੈਂਟਸ ਬਹੁਤ ਖੁਸ਼ੀ ਦੇਣ ਵਾਲੀਆਂ ਅਚੀਵਮੈਂਟਸ ਨੇ। ਜੇਕਰ ਸਰ ਗੱਲ ਕੀਤੀ ਜਾਵੇ NSS NCC ਤੇ ਰੈੱਡ ਕਰਾਸ, ਕਿਉਂਕਿ ਇਹ ਸੰਸਥਾਵਾਂ ਜਿਹੜੀਆਂ ਆਪਣਾ ਵਿੰਗ ਬਣੇ ਹੁੰਦੇ ਨੇ, ਜੇ ਕਹਿ ਲਈਏ ਇੱਕ ਤਰ੍ਹਾਂ ਦੇ, ਵੀ ਕੀ ਭੂਮਿਕਾ ਅਦਾ ਕਰਦੇ ਨੇ ਜੀ ਕਾਲਜ 'ਚ? ਮੈਨੂੰ ਲੱਗਦਾ ਕਿ NSS NCC ਤੇ ਰੈੱਡ ਕਰਾਸ ਜਿਹੜੇ ਯੂਨਿਟ ਹੁੰਦੇ ਨੇ, ਇਹਨਾਂ ਦੀਆਂ ਗਤੀਵਿਧੀਆਂ ਸੰਸਥਾ 'ਚ ਜਾਨ ਪਾ ਕੇ ਰੱਖਦੀਆਂ ਨੇ, ਕਿਉਂਕਿ ਮੈਨੂੰ ਵੀ 2007 ਤੋਂ ਲੈ ਕੇ 2014 ਤੱਕ NSS ਪ੍ਰੋਗਰਾਮ ਅਫਸਰ ਵਜੋਂ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਤੇ ਮੈਨੂੰ ਲੱਗਦਾ ਕਿ NSS NCC ਤੇ ਰੈੱਡ ਕਰਾਸ ਜਿਹੜਾ ਹੈ ਉਹ ਸੰਸਥਾ ਦੇ ਲਈ ਮਾਣ ਦੀ ਗੱਲ ਹੁੰਦੀ। ਇਸ ਕਾਲਜ ਨੂੰ NSS ਦੇ ਵਿਦਿਆਰਥੀਆਂ ਵੱਲੋਂ ਕੀਤੀ ਗਈ ਸਖਤ ਮਿਹਨਤ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਬੈਸਟ ਕਾਲਜ ਦਾ ਅਵਾਰਡ ਦਿੱਤਾ। NCC ਦੇ ਸਾਡੇ 2 ਸਟੂਡੈਂਟਸ RD ਪਰੇਡ ਲਈ ਚੁਣੇ ਗਏ। 100 ਤੋਂ ਵੱਧ ਵਿਦਿਆਰਥੀਆਂ ਨੇ C ਸਰਟੀਫਿਕੇਟ ਪ੍ਰਾਪਤ ਕੀਤਾ। C ਸਰਟੀਫਿਕੇਟ ਪ੍ਰਾਪਤ ਜਿਹੜਾ ਸਟੂਡੈਂਟ ਹੁੰਦਾ ਹੈ ਉਹ SSB ਦੇ ਇੰਟਰਵਿਊ ਵਿੱਚ ਸਿੱਧਾ ਅਪੀਅਰ ਹੋ ਸਕਦਾ, ਉਹਨੂੰ ਰਿਟਨ ਪੇਪਰ ਪਾਸ ਨਹੀਂ ਕਰਨਾ ਪੈਂਦਾ ਤੇ ਉਹ ਸਿੱਧਾ ਅਫਸਰ ਰੈਂਕ ਵਿੱਚ ਭਰਤੀ ਹੋ ਸਕਦਾ ਤੇ ਕਿਸੇ ਵੀ ਸਟੂਡੈਂਟ ਵਾਸਤੇ ਇਹ ਬਹੁਤ ਵਧੀਆ ਮੌਕਾ ਹੁੰਦਾ ਕਿ ਉਹ NCC ਦਾ C ਸਰਟੀਫਿਕੇਟ ਆਪਣੇ 3 ਸਾਲਾਂ 'ਚ ਪ੍ਰਾਪਤ ਕਰੇ ਤੇ ਆਰਮੀ 'ਚ ਅਫਸਰ ਦੀ ਸੇਵਾ ਨਿਭਾਏ। ਪਿਛਲੇ ਸਾਲ ਰੈੱਡ ਕਰਾਸ ਦੀਆਂ ਗਤੀਵਿਧੀਆਂ ਕਾਰਨ ਕਾਲਜ ਨੂੰ ਬੈਸਟ ਕਾਲਜ ਦਾ ਅਵਾਰਡ ਮਿਲਿਆ ਤੇ ਗਵਰਨਰ ਪੰਜਾਬ ਨੇ ਕਾਲਜ ਦੇ ਪ੍ਰਿੰਸੀਪਲ ਨੂੰ ਰੈੱਡ ਕਰਾਸ ਗਤੀਵਿਧੀਆਂ 'ਚ ਚੰਗੇ ਕੀਤੇ ਕੰਮਾਂ ਲਈ ਸਨਮਾਨਿਤ ਕੀਤਾ। ਸਰ, ਜੇ ਸਮਾਜ ਭਲਾਈ ਦੀ ਗੱਲ ਕੀਤੀ ਜਾਵੇ, ਕਿਉਂਕਿ ਕਾਲਜ ਵੱਲੋਂ ਫਿਰ ਸਮਾਜ ਭਲਾਈ ਦੇ ਵਿੱਚ ਕਿਹੋ ਜਿਹਾ ਜਿਹੜਾ ਯੋਗਦਾਨ ਜਿਹੜਾ ਅਦਾ ਕੀਤਾ ਜਾਂਦਾ? ਜਦੋਂ ਤੁਹਾਡੇ ਕਾਲਜ ਦੇ NSS NCC ਤੇ ਰੈੱਡ ਕਰਾਸ ਦੇ ਯੂਨਿਟ ਬੜੀ ਸਫਲਤਾਪੂਰਨ ਚੱਲਦੇ ਹੋਣ ਤੇ ਸਮਾਜ ਭਲਾਈ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹ ਸਹਿਜੇ ਹੀ ਨਿਕਲ ਜਾਂਦੀਆਂ ਨੇ, ਤੁਹਾਨੂੰ ਉਹਦੇ ਵਾਸਤੇ ਸਪੈਸ਼ਲ ਐਫਰਟਸ ਨਹੀਂ ਕਰਨੇ ਪੈਂਦੇ। ਮਸਲਨ ਪਿਛਲੇ ਦਿਨਾਂ 'ਚ ਜਦੋਂ ਹੜ੍ਹ ਆਏ ਤੇ ਸਾਡੇ NSS NCC ਤੇ ਰੈੱਡ ਕਰਾਸ ਦੇ ਵਿਦਿਆਰਥੀਆਂ ਨੇ ਜਿਹੜੇ ਸਕੂਲਾਂ ਦੀ ਸਫਾਈ ਹੈ ਉਹਨੂੰ ਬੜੇ ਪਿਆਰ ਨਾਲ, ਬੜੇ ਜੋਸ਼ ਨਾਲ ਕੀਤਾ। ਸਕੂਲਾਂ 'ਚ ਬਹੁਤ ਜ਼ਿਆਦਾ ਗਾਰ ਪੈਦਾ ਹੋ ਗਈ ਸੀ, ਜਿਹੜੇ ਨੀਵੇਂ ਇਲਾਕੇ ਸੀ ਤੇ ਉਹਨਾਂ ਸਕੂਲਾਂ ਦੀ ਸਫਾਈ ਕੀਤੀ, ਉਹਨਾਂ ਨੂੰ ਕਲੀ ਕਰਕੇ ਚਮਕਾਇਆ ਤੇ ਵਿਦਿਆਰਥੀਆਂ ਦੇ ਚਿਹਰੇ ਤੇ ਜਿਹੜੀ ਖੁਸ਼ੀ ਸੀ ਉਹ ਕਾਬਲੇ ਤਾਰੀਫ ਸੀ। ਪਿਛਲੇ ਦਿਨਾਂ 'ਚ ਹੁਣ COVID-19 ਕਾਰਨ ਜਿਹੜੀ ਸਮੱਸਿਆ ਆਈ ਉਹਦੇ 'ਚ ਜਦੋਂ ਸ਼ੁਰੂ 'ਚ ਲੋਕਾਂ ਨੂੰ ਅਵੇਅਰਨੈਸ ਦੀ ਜ਼ਰੂਰਤ ਸੀ, ਸਾਡੇ ਵਿਦਿਆਰਥੀਆਂ ਨੇ ਪਿੰਡਾਂ 'ਚ ਜਾ ਕੇ ਸਲੋਗਨਸ ਰਾਹੀਂ ਤੇ ਪੋਸਟਰਸ ਰਾਹੀਂ ਲੋਕਾਂ ਨੂੰ ਸੁਚੇਤ ਕਰਨ ਦਾ ਯਤਨ ਕੀਤਾ ਕਿ ਕਿਵੇਂ ਇਸ ਜਿਹੜੀ ਇਹ ਮਹਾਮਾਰੀ ਹੈ ਇਹਦੇ ਤੋਂ ਡਿਸਟੈਂਸ ਰੱਖ ਕੇ ਬਚਿਆ ਜਾ ਸਕਦਾ। ਤੇ ਟਾਈਮ ਟੂ ਟਾਈਮ ਜਦੋਂ ਵੀ ਸਾਡੇ ਵਿਦਿਆਰਥੀ ਕੋਈ ਵੀ ਇੰਪੋਰਟੈਂਟ ਡੇ ਹੁੰਦਾ ਉਹਨੂੰ ਸੈਲੀਬ੍ਰੇਸ਼ਨ ਲਈ ਪੂਰੇ ਜੋਸ਼ ਨਾਲ ਪਾਰਟਿਸਿਪੇਟ ਕਰਦੇ ਨੇ। ਪਿਛਲੇ ਦਿਨੀ এনवायरमेंट ਡੇ ਤੇ ਵਿਦਿਆਰਥੀਆਂ ਨੇ ਪੋਸਟਰ ਬਣਾ ਕੇ ਲੈਕਚਰ ਦਿੱਤੇ ਤੇ ਉਹ ਆਨਲਾਈਨ ਜਿਹੜਾ ਉਹਨੂੰ ਅਸੀਂ ਡਿਸਪਲੇ ਕੀਤਾ। ਸਰ, ਕੋਈ ਨਾਮਵਰ ਜਿਹੜੇ ਵਿਦਿਆਰਥੀ ਨੇ ਕਾਲਜ ਦੇ ਨਾਲ ਹੁਣ ਵੀ ਜੁੜੇ ਹੋਣ, ਕੋਈ ਚਾਹੇ ਐਲੂਮਨੀ ਹੋਣ ਚਾਹੇ ਹੁਣ ਪੜ੍ਹਦੇ? ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਤੋਂ ਗੱਲ ਕਰਾਂ ਵੀ ਮੈਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਕਿ ਤੁਸੀਂ ਹੀ ਸਾਡੇ ਕਾਲਜ ਦੇ ਵਿਦਿਆਰਥੀ ਹੋ। ਬਹੁਤ ਲੰਮੀ ਲਿਸਟ ਹੈ, ਬਹੁਤ ਸਾਡੇ ਜੱਜ ਲੱਗੇ ਨੇ, ਐਡਵੋਕੇਟ ਲੱਗੇ ਨੇ, ਸਮਾਜ ਸੁਧਾਰਕ ਨੇ, ਰਾਜਨੇਤਾ ਨੇ। ਮੈਨੂੰ ਲੱਗਦਾ ਕਿ ਇੱਕ ਬੜੀ ਲੰਮੀ ਲਿਸਟ ਹੈ। ਸਿਵਲ ਸਰਵਿਸਿਜ਼ ਦੇ ਸਾਡੇ ਬਹੁਤ ਨੇ, ਡਾਕਟਰ ਨੇ, NFL ਦੇ ਹੁਣ ਦੇ ਮੌਜੂਦਾ GM ਮਿਸਟਰ ਰਾਕੇਸ਼ ਮਾਰਕਨ ਸਾਡੇ ਸਟੂਡੈਂਟ ਨੇ ਤੇ ਹੋਰ ਬਹੁਤ ਲੰਮੀ ਲਿਸਟ ਹੈ ਤੇ ਮੈਨੂੰ ਲੱਗਦਾ ਵੀ ਨਾਮ ਮੈਨੂੰ ਲੈਣਾ ਹੀ ਨਹੀਂ ਚਾਹੀਦਾ ਕਿਉਂਕਿ ਲੰਮੀ ਲਿਸਟ ਇੱਕ ਲਵਾਂਗੇ ਦੂਜਿਆਂ ਦਾ ਇਗਨੋਰ ਹੋਏਗਾ। ਕਾਬਲੇ ਤਾਰੀਫ ਪ੍ਰਾਪਤੀਆਂ ਨੇ ਇਸ ਕਾਲਜ ਦੇ ਵਿਦਿਆਰਥੀਆਂ ਦੇ, ਕਿਉਂਕਿ ਕਾਲਜ ਦਾ ਇਤਿਹਾਸ ਬਹੁਤ ਮਾਨਾ ਮੱਤਾ ਰਿਹਾ ਹੈ। ਜੇ ਸੰਸਥਾ ਦੀ ਪ੍ਰਬੰਧਕੀ ਕਮੇਟੀ ਅਤੇ ਗਵਰਨਿੰਗ ਬੋਡੀ ਦੀ ਜੇ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕੀ ਯੋਗਦਾਨ ਰਹਿੰਦਾ ਜੀ? ਸਭ ਤੋਂ ਪਹਿਲਾਂ ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਫਤ ਕਰਨਾ ਬਹੁਤ ਜ਼ਰੂਰੀ ਸਮਝਦਾ। ਸ਼ਾਇਦ ਹੀ ਕੋਈ ਐਸੀ ਪ੍ਰਬੰਧਕ ਕਮੇਟੀ ਹੋਏ ਜਿਹੜੀ ਆਪਣੇ ਵਿਦਿਅਕ ਅਦਾਰਿਆਂ ਨੂੰ ਇੰਨੀ ਆਟੋਨਮੀ ਦਿੰਦੀ ਹੋਈ। ਤੁਸੀਂ ਕੋਈ ਵੀ ਜਦੋਂ ਚੰਗਾ ਕੰਮ ਕਰਨਾ ਤੇ ਤੁਸੀਂ ਫ੍ਰੀ ਹੋ ਆਪਣੀ ਸਟਾਫ ਦੀ ਮਦਦ ਨਾਲ ਸੰਸਥਾ ਦੀ ਭਲਾਈ ਲਈ ਤੁਸੀਂ ਕੁਝ ਵੀ ਕੰਮ ਜੇ ਕਰਨ ਦੀ ਪਲਾਨ ਕਰਦੇ ਹੋ ਤੇ ਉਹ ਤੁਹਾਨੂੰ ਹਾਂ ਪੱਖੀ ਉਹਦਾ ਹੁੰਗਾਰਾ ਮਿਲਦਾ ਹੈ। ਇਹ ਤੁਹਾਨੂੰ ਖੁੱਲ੍ਹ ਕੇ ਕੰਮ ਕਰਨ ਵਾਸਤੇ ਬਹੁਤ ਜ਼ਰੂਰੀ ਹੁੰਦਾ ਹੈ। ਮੈਨੇਜਮੈਂਟ ਦਾ ਜਿਹੜਾ ਸਹਿਯੋਗ ਹੈ ਉਹ ਬਹੁਤ ਜ਼ਰੂਰੀ ਹੈ ਤੇ ਸਾਨੂੰ ਉਹ ਸਹਿਯੋਗ ਸਦਾ ਹੀ ਮਿਲਦਾ ਰਿਹਾ ਹੈ। ਤੇ ਹੁਣ ਕਾਲਜ ਕਿਉਂਕਿ ਆਟੋਨਮਸ ਕਾਲਜ ਬਣ ਗਿਆ ਤੇ ਆਟੋਨਮਸ ਕਾਲਜ ਬਣਨ ਕਰਕੇ ਕਾਲਜ ਦੀ ਗਵਰਨਿੰਗ ਬਾਡੀ ਬਣ ਗਈ ਤੇ ਇਹ ਦੱਸਦਿਆਂ ਵੀ ਮੈਨੂੰ ਬੜੀ ਖੁਸ਼ੀ ਹੋ ਰਹੀ ਕਿ ਡਾਕਟਰ ਦਲਜੀਤ ਸਿੰਘ ਚੀਮਾ ਜੀ ਜਿਹੜੇ ਸਾਬਕਾ ਸਿੱਖਿਆ ਮੰਤਰੀ ਪੰਜਾਬ ਨੇ ਉਹ ਸਾਡੇ ਕਾਲਜ ਦੀ ਗਵਰਨਿੰਗ ਬਾਡੀ ਵਿੱਚ ਆਨਰੇਰੀ ਸੈਕਟਰੀ ਨੇ
ਉਹਨਾਂ ਦਾ ਆਨਰੇਰੀ ਸੈਕਟਰੀ ਹੋਣਾ ਆਪਣੇ ਆਪ ਵਿੱਚ ਬਹੁਤ ਵੱਡੀ ਅਚੀਵਮੈਂਟ ਹੈ, ਕਿਉਂਕਿ ਉਹਨਾਂ ਦਾ ਇੱਕ ਸਿੱਖਿਆ ਪ੍ਰਤੀ ਵਿਜ਼ਨ ਬਹੁਤ ਵੱਡਾ ਹੈ। ਜਿੱਥੋਂ ਮੈਨੂੰ ਲੱਗਦਾ ਆਮ ਬੰਦੇ ਦੀ ਸੋਚ ਖਤਮ ਹੋ ਜਾਂਦੀ, ਉੱਥੋਂ ਉਹਨਾਂ ਦਾ ਸੋਚਣਾ ਸ਼ੁਰੂ ਹੁੰਦਾ। ਉਹਨਾਂ ਦਾ ਉਸ ਕਮੇਟੀ 'ਚ ਹੋਣਾ ਬਹੁਤ ਮਾਣ ਦੀ ਗੱਲ ਹੈ। ਇਸ ਤੋਂ ਇਲਾਵਾ ਭਾਈ ਅਮਰਜੀਤ ਸਿੰਘ ਜੀ ਚਾਵਲਾ ਜਿਹੜੇ ਜਨਰਲ ਸਕੱਤਰ ਵੀ ਰਹੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਨੇ, SGPC ਦੇ ਲੰਮਾ ਸਮਾਂ PPSC ਦੇ ਮੈਂਬਰ ਰਹੇ ਨੇ, ਉਹ ਵੀ ਸਾਡੀ ਗਵਰਨਿੰਗ ਬੋਡੀ ਦੇ ਮੈਂਬਰ ਨੇ। ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਜਿਹੜੇ ਬਹੁਤ ਵਿਦਵਾਨ ਨੇ, ਉਹ ਸਾਡੀ ਕਮੇਟੀ ਦੇ ਮੈਂਬਰ ਨੇ। ਡਾਕਟਰ ਤੇਜਿੰਦਰ ਕੌਰ ਧਾਲੀਵਾਲ ਜੀ ਜਿਹੜੇ ਡਾਇਰੈਕਟਰ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਉਹਨਾਂ ਦਾ ਸਿੱਖਿਆ ਦੇ ਖੇਤਰ ਵਿੱਚ ਆਪਣਾ ਇੱਕ ਨਾਮ ਹੈ। ਇਸ ਤੋਂ ਇਲਾਵਾ ਡਾਕਟਰ ਰਾਜਪਾਲ ਦਾਈਆ ਜੀ ਜਿਹੜੇ 2 ਟਾਈਮ ਵਾਈਸ ਚਾਂਸਲਰ ਰਹੇ ਨੇ, ਉਹ ਸਾਡੀ ਗਵਰਨਿੰਗ ਕਮੇਟੀ ਦੇ ਮੈਂਬਰ ਨੇ। ਡਾਕਟਰ ਲਖਵਿੰਦਰ ਗਿੱਲ ਜੀ DPI ਦੇ ਨੋਮੀਨੀ ਸਾਡੀ ਕਮੇਟੀ ਦੇ ਮੈਂਬਰ ਨੇ। ਡਾਕਟਰ ਹਰਵਿੰਦਰ ਕੌਰ ਜੀ ਜਿਹੜੇ ਬਹੁਤ ਵੱਡੇ ਐਜੂਕੇਸ਼ਨਿਸਟ ਨੇ, ਵਾਈਸ ਚਾਂਸਲਰ ਦੇ ਨੋਮੀਨੀ, ਉਹ ਸਾਡੀ ਗਵਰਨਿੰਗ ਬਾਡੀ ਦੇ ਮੈਂਬਰ ਨੇ। ਤੇ ਇਸ ਤੋਂ ਇਲਾਵਾ 2 ਮੈਂਬਰ ਕਾਲਜ ਵੱਲੋਂ ਸੀਨੀਅਰ ਟੀਚਰ ਹੁੰਦੇ ਨੇ। ਤੇ ਇੰਨੇ ਜਿਹੜੇ ਵੱਡੇ ਬੰਦਿਆਂ ਦੀ ਮੌਜੂਦਗੀ ਵਿੱਚ ਲਏ ਗਏ ਫੈਸਲੇ ਡੈਫੀਨਿਟਲੀ ਸੰਸਥਾ ਦੀ ਭਲਾਈ ਲਈ ਬਹੁਤ ਕਾਰਗਰ ਸਾਬਤ ਹੋਣਗੇ ਅਗਲੇ ਦਿਨਾਂ 'ਚ, ਐਸਾ ਮੇਰਾ ਮੰਨਣਾ ਹੈ। ਸਰ, ਜੇ ਕਾਲਜ ਦੇ ਨਾਲ ਜੁੜਨ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਕਦੋਂ ਤੋਂ ਕਾਲਜ ਦੇ ਨਾਲ ਜੁੜੇ ਹੋ? ਮਤਲਬ ਕਿ ਚਾਹੇ ਅਧਿਆਪਨ ਦਾ ਕਿੱਤਾ ਹੋਵੇ, ਕਿੱਤਾ ਜਿਹੜਾ ਅਧਿਆਪਨ ਜਦੋਂ ਤੁਸੀਂ ਪੜ੍ਹਾਉਂਦੇ ਹੋ, ਚਾਹੇ ਹੁਣ ਐਜ਼ ਪ੍ਰਿੰਸੀਪਲ ਹੋ। ਮੈਂ 1995 ਚ ਐਡ ਹੌਕ ਦੇ ਟੀਚਰ ਦੇ ਤੌਰ ਤੇ DAV ਕਾਲਜ ਜਲੰਧਰ ਤੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ, ਤੇ 1998 ਚ ਮੈਂ ਇਸ ਕਾਲਜ ਵਿੱਚ ਪਰਮਾਨੈਂਟ ਲੈਕਚਰਰ ਦੇ ਤੌਰ ਤੇ ਮੈਨੂੰ ਇੱਥੇ ਸੇਵਾ ਨਿਭਾਉਣ ਦਾ ਮੌਕਾ ਮਿਲਿਆ। ਤੇ ਲੰਮਾ ਸਮਾਂ 2014 ਤੱਕ ਮੈਂ ਇਸ ਕਾਲਜ ਵਿੱਚ ਐਜ਼ ਲੈਕਚਰਰ ਸੇਵਾ ਨਿਭਾਈ। 2014 ਚ ਮੈਨੂੰ ਮੇਰੀ ਪ੍ਰਬੰਧਕ ਕਮੇਟੀ ਨੇ ਆਫੀਸ਼ੀਏਟਿੰਗ ਪ੍ਰਿੰਸੀਪਲ ਦੇ ਤੌਰ ਤੇ ਨਵੇਂ ਬਣੇ ਕਾਲਜ ਮਾਤਾ ਗੁਜਰੀ ਖਾਲਸਾ ਕਾਲਜ ਕਰਤਾਰਪੁਰ ਦੇ ਪ੍ਰਿੰਸੀਪਲ ਦੇ ਤੌਰ ਤੇ ਸੇਵਾ ਦਾ ਮੌਕਾ ਦਿੱਤਾ। ਤੇ 2018 ਚ ਦੁਬਾਰਾ ਮੈਨੂੰ ਇਸ ਕਾਲਜ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾਉਣ ਦਾ ਮੌਕਾ ਮਿਲਿਆ। ਤੇ ਪਿਛਲੇ 2-2.5 ਸਾਲ ਵਿੱਚ ਬਹੁਤ ਇਲਾਕੇ ਦੇ ਸਹਿਯੋਗ ਸਦਕਾ, ਮੈਨੇਜਮੈਂਟ ਦੇ ਆਸ਼ੀਰਵਾਦ ਸਦਕਾ, OSA ਤੇ PTA ਦੇ ਸਹਿਯੋਗ ਸਦਕਾ ਕਾਲਜ ਨੇ ਬਹੁਤ ਕਮਾਲ ਦੀਆਂ ਪ੍ਰਾਪਤੀਆਂ ਕੀਤੀਆਂ ਹਨ। ਸਰ, ਜੇ ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ, ਕਿਉਂਕਿ ਕਰੋਨਾ ਮਹਾਮਾਰੀ ਹੈ, ਉਹਦੇ ਨਾਲ ਵਿਦਿਆਰਥੀਆਂ ਨੂੰ ਕਿਸ ਤਰੀਕੇ ਦੀ ਜਿਹੜੀ ਉਹਨਾਂ ਨੂੰ ਜੋੜ ਕੇ ਰੱਖਿਆ ਜਾ ਰਿਹਾ, ਚਾਹੇ ਉਹ ਐਜੂਕੇਸ਼ਨ ਦੇ ਮਾਮਲੇ 'ਚ ਹੋਵੇ, ਚਾਹੇ ਦਾਖਲਿਆਂ ਦੇ ਮਾਮਲੇ 'ਚ ਹੋਵੇ? COVID-19 ਨੇ ਸਾਰੀ ਦੁਨੀਆ ਦਾ ਸੋਚਣ ਵਿਹਾਰ ਕਰਨ ਦਾ ਜਿਹੜਾ ਢੰਗ ਹੈ ਉਹ ਬਦਲ ਦਿੱਤਾ। ਇੱਕ ਦਹਿਸ਼ਤ ਦਾ ਮਾਹੌਲ ਪੈਦਾ ਹੋਇਆ। ਪਰ ਭਾਵੇਂ ਸਥਿਤੀਆਂ ਜਿੰਨੀਆਂ ਮਰਜ਼ੀ ਗੰਭੀਰ ਹੋਣ, ਮੇਰਾ ਮੰਨਣਾ ਹੈ ਕਿ ਸਮੱਸਿਆ ਸਿਰਫ ਉਹੀ ਸਮੱਸਿਆ ਹੁੰਦੀ ਜਿਹਨੂੰ ਤੁਸੀਂ ਮੰਨਦੇ ਹੋ। ਜੇ ਤੁਸੀਂ ਨਹੀਂ ਮੰਨਦੇ ਤਾਂ ਕੋਈ ਸਮੱਸਿਆ ਤੁਹਾਡਾ ਕੁਝ ਵਿਗਾੜ ਨਹੀਂ ਸਕਦੀ। ਇਸ ਔਖੀ ਘੜੀ 'ਚ ਵੀ ਅਸੀਂ ਆਪਣੇ ਵਿਦਿਆਰਥੀਆਂ ਨੂੰ ਕੋਸ਼ਿਸ਼ ਕੀਤੀ ਕਿ ਵੱਧ ਤੋਂ ਵੱਧ ਆਧੁਨਿਕ ਸਮੇਂ ਦੇ ਸਾਧਨਾਂ ਦੀ ਵਰਤੋਂ ਕਰਕੇ ਉਹਨਾਂ ਨੂੰ ਠੀਕ ਸਮੇਂ ਤੇ ਸਮੇਂ ਦਾ ਹਾਣੀ ਬਣਾਇਆ ਜਾ ਸਕੇ, ਉਹਨਾਂ ਦੀ ਪੜ੍ਹਾਈ ਆਧੁਨਿਕ ਤਰੀਕਿਆਂ ਨਾਲ ਕਰਾਈ ਜਾ ਸਕੇ। ਸਾਡੇ ਟੀਚਰਸ ਨੇ ਬਹੁਤ ਮਿਹਨਤ ਕੀਤੀ ਇਸ ਸਮੇਂ। ਉਹਨਾਂ ਨੇ ਵੀਡੀਓਜ਼ ਬਣਾ ਕੇ, PPT ਬਣਾ ਕੇ, Zoom ਐਪਸ ਨਾਲ ਤੇ ਹੋਰ ਕਈ ਉન્નਤ ਢੰਗਾਂ ਨਾਲ ਆਪਣੇ ਵਿਦਿਆਰਥੀਆਂ ਨਾਲ ਜੁੜੇ ਰਹੇ ਨੇ। ਤੇ ਜਿਹੜੀ ਗੱਲ ਬਹੁਤ ਕਾਬਲੇ ਤਾਰੀਫ ਹੈ ਕਿ ਵਿਦਿਆਰਥੀਆਂ ਦਾ ਰਿਸਪੌਂਸ ਬਹੁਤ ਵਧੀਆ ਰਿਹਾ ਹੈ। ਉਹਨਾਂ ਨੇ ਟੀਚਰਸ ਦੇ ਇਹਨਾਂ ਐਫਰਟਸ ਨੂੰ, ਇਸ ਮਿਹਨਤ ਨੂੰ ਬਹੁਤ ਸਤਿਕਾਰ ਨਾਲ ਜਿਹੜਾ ਹੈ ਉਹ ਅਡਾਪਟ ਕੀਤਾ, ਤੇ ਉਹਦੇ ਰਿਜ਼ਲਟ ਵੀ ਆਏ ਨੇ ਕਿ ਉਹ ਬੱਚੇ ਅੱਜ ਜੇ ਪੇਪਰ ਹੋ ਜਾਂਦਾ ਤੇ ਉਹ ਪੇਪਰ ਦੇਣ ਦੇ ਸਮਰੱਥ ਨੇ। ਸਰ, ਜੇਕਰ ਗੱਲ ਕੀਤੀ ਜਾਵੇ, ਜਿਵੇਂ ਹੁਣ ਤੁਸੀਂ ਇਸ ਕਾਲਜ ਦੇ ਪ੍ਰਿੰਸੀਪਲ ਹੋ ਤੇ ਨਾਲ ਤੁਹਾਨੂੰ ਇੱਕ ਪ੍ਰਬੰਧਕੀ ਚਾਰਜ ਦਿੱਤਾ ਗਿਆ ਬੀਬੀ ਸ਼ਰਨ ਕੌਰ ਕਾਲਜ ਦਾ, ਉਸ ਟਾਰਗੇਟ ਨੂੰ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ? ਜੇ ਤੁਸੀਂ ਮਿਹਨਤ ਨਾਲ ਕੰਮ ਕਰਨ ਲਈ ਤਿਆਰ ਹੋ ਤੇ ਫਿਰ ਮੈਨੂੰ ਲੱਗਦਾ ਵੀ ਕੰਮ ਜਿੰਨਾ ਮਰਜ਼ੀ ਹੋਏ ਉਹ ਤੁਹਾਨੂੰ ਥਕਾ ਨਹੀਂ ਸਕਦਾ। ਤੇ ਜਿਹੜਾ ਬੰਦਾ ਜਿੰਨਾ ਕੰਮ ਕਰਨ ਨੂੰ ਤਿਆਰ ਹੁੰਦਾ ਉਹ ਹੋਰ ਅੱਗੇ ਕੰਮ ਕਰ ਸਕਦਾ ਹੁੰਦਾ। ਤੇ ਮੈਂ ਬੜਾ ਲੱਕੀ ਹਾਂ ਕਿ ਮੈਂ ਜਿੰਨਾ ਵੀ ਦੋਸਤਾਂ ਦੀ ਮਦਦ ਕਿਸੇ ਕੰਮ ਲਈ ਵੀ ਮੰਗਣਾ, ਭਾਵੇਂ ਉਹ ਮੇਰੇ ਇਸ ਕਾਲਜ ਦੇ ਹੋਣ, ਉਸ ਕਾਲਜ ਵਾਸਤੇ, ਉਹ ਸਦਾ ਹੀ ਮੇਰੀ ਮਦਦ ਕਰਨ ਨੂੰ ਤਿਆਰ ਰਹਿੰਦੇ ਨੇ। ਤੇ ਮੈਨੇਜਮੈਂਟ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਤੇ ਮੈਨੂੰ ਪੂਰੀ ਆਸ ਹੈ ਕਿ ਪੂਰੀ ਮਿਹਨਤ ਨਾਲ ਪੂਰੀਆਂ ਆਧੁਨਿਕ ਢੰਗਾਂ ਨੂੰ ਅਡਾਪਟ ਕਰਕੇ ਉਸ ਕਾਲਜ ਨੂੰ ਵੀ ਅਸੀਂ ਇਸੇ ਤਰ੍ਹਾਂ ਜਿਹੜਾ ਹੈ ਬਹੁਤ ਤਰੱਕੀ ਦੀਆਂ ਲੀਹਾਂ ਤੇ ਲਿਜਾਣ ਦਾ ਯਤਨ ਕਰਾਂਗੇ। ਸਰ, ਇੱਕ ਆਖਰੀ ਸਵਾਲ ਹੈ ਕਿ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਜੇ ਤੁਸੀਂ ਸੁਨੇਹਾ ਦੇਣਾ ਚਾਹੋਗੇ, ਕਿਸ ਤਰੀਕੇ ਦਾ ਸੁਨੇਹਾ ਦਿਓਗੇ? ਮੈਨੂੰ ਲੱਗਦਾ ਹੈ ਕਿ ਵਿਦਿਆਰਥੀਆਂ ਨੂੰ ਜਿਹੜੀ ਇਹ ਸਖਤ ਮਿਹਨਤ, ਹਾਰਡ ਵਰਕ ਤੋਂ ਬਿਨਾਂ ਕੋਈ ਸ਼ਾਰਟਕਟ ਤਰੀਕਾ ਬਿਲਕੁਲ ਨਹੀਂ ਹੈ। ਜੇ ਤੁਸੀਂ ਮਿਹਨਤ ਕਰਦੇ ਹੋ, ਪਲੈਨਡ ਮਿਹਨਤ ਕਰਦੇ ਹੋ, ਤੇ ਜੇ ਤੁਹਾਨੂੰ ਆਪਣੇ ਤੇ ਕੌਨਫੀਡੈਂਸ ਹੈ ਤੇ ਫਿਰ ਤੁਹਾਡੇ ਵਰਗਾ ਕੋਈ ਨਹੀਂ।
ਸੋ ਇਹ ਸਨ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਡਾਕਟਰ ਜਸਵੀਰ ਸਿੰਘ ਜੀ, ਜਿੱਥੇ ਉਹਨਾਂ ਨੇ ਕਾਲਜ ਦੇ ਇਤਿਹਾਸ ਬਾਰੇ ਦੱਸਿਆ ਤੇ ਨਾਲ ਹੀ ਉਹਨਾਂ ਜਿੱਥੇ ਕਾਲਜ ਦੀਆਂ ਪ੍ਰਾਪਤੀਆਂ ਤੇ ਕਾਲਜ ਦੇ ਕੋਰਸਿਸ ਬਾਰੇ ਦੱਸਿਆ। ਇਸ ਦੇ ਨਾਲ ਉਹਨਾਂ ਵਿਦਿਆਰਥੀਆਂ ਨੂੰ ਸੁਨੇਹਾ ਵੀ ਦਿੱਤਾ ਕਿ ਜੇਕਰ ਭਵਿੱਖ ਵਿੱਚ ਕਾਮਯਾਬ ਹੋਣਾ ਚਾਹੋਗੇ ਤਾਂ ਮਿਹਨਤ ਬਹੁਤ ਜ਼ਰੂਰੀ ਹੈ। ਸੋ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਅਗਲੀ ਵਾਰ ਇੱਕ ਨਵੇਂ ਮਹਿਮਾਨ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਦਿਓ ਆਗਿਆ, ਧੰਨਵਾਦ।